Subscribe to our YouTube channel. Press the bell icon to get the latest updates. ਹੁੰਦਾ ਹੈ ਆ ਵੀ ਜਿਹੜੀ ਕਬੱਡੀ ਦੀ ਆ ਨਾ ਜਦੋਂ ਤੁਸੀਂ ਖੇਡਦੇ ਰਹੇ ਜੇ ਨਾ ਉਦੋਂ ਬਹੁਤ ਕੁਝ ਹੋਰ ਸੀ। ਹੁਣ ਜਿਹੜੇ ਕਬੱਡੀ ਜਦੋਂ ਬੱਚੇ ਖੇਡਦੇ ਆ ਨਾ ਇਹ ਦੂਸਰੇ ਉਹ ਸ਼ੁਰੂ ਹੋ ਜਾਂਦੇ ਆ ਜਿਹੜੇ ਹੈਗੀ ਆ ਨਾ ਜਿਹੜੇ ਤਾਕਤ ਵਧਾਉਣ ਵਾਲੇ ਜਦੋਂ ਹਾਂਜੀ ਜਦੋਂ ਉਹ ਲੱਗਦੇ ਆ ਨਾ ਕਬੱਡੀ ਦੇ ਵਿੱਚ ਉਹ ਵਕਤੀ ਤੌਰ ਤੇ ਤਾਂ ਬੰਦੇ ਨੂੰ ਤਾਕਤ ਜ਼ਰੂਰ ਦਿੰਦੇ ਗਰਾਊਂਡ ਦੇ ਵਿੱਚ ਤਾਕਤ ਉਹ ਤੇ ਫਿਰ ਮਤਲਬ ਜੇ ਉਹ ਠੀਕ ਤਰੀਕੇ ਦੇ ਨਾਲ ਉਹਨੂੰ ਮਸਲ ਬਿਲਡਿੰਗ ਚ ਯੂਜ਼ ਨਾ ਕੀਤਾ ਉਹਦੇ ਹਾਰਟ ਕਢਾਉਂਦੇ ਹਾਂਜੀ ਉਹ ਜਦੋਂ ਉਹ ਚੀਜ਼ਾਂ ਮੁੜ ਕੇ ਫਿਰ ਇਹ ਬੰਦੇ ਦਾ ਸਰੀਰ ਜਿਹੜਾ ਨਾ ਉਹ ਜਦੋਂ ਉਹ ਤੋਂ ਗਰਾਊਂਡ ਤੋਂ ਬਾਹਰ ਆਉਂਦੇ ਆ ਮੁੜ ਕੇ ਫਿਰ ਇਹਨਾਂ ਨੂੰ ਫਿਰ ਕੋਈ ਇਹਨਾਂ ਕਿਸੇ ਦੀ ਜਿਹੜੀ ਬਾਹਰੀ ਤਾਕਤ ਦੀ ਜਾਂ ਕਿਸੇ ਸਹਾਰੇ ਦੀ ਲੋੜ ਪੈਂਦੀ ਇਹ ਤਾਂ ਕਬੱਡੀ ਦੇ ਜਿਹੜੇ ਬੱਚੇ ਨਾ ਉਹ ਇੱਦਾਂ ਜ਼ਿਆਦਾਤਰ ਹੋ ਗਏ ਆ। ਮੈਂ ਇਹੋ ਡਾਕਟਰਾਂ ਦੇ ਨਾਲ ਗੱਲਾਂ ਕਰਨ ਗਿਆ ਇਹੋ ਵੀ ਕੱਲ ਨੂੰ ਕੋਈ ਬਾਪੂ ਵਰਗੇ ਦਾ ਕਿਸੇ ਹੋਰ ਦਾ ਨਾ ਉੱਠ ਜਾਵੇ। ਬਿਲਕੁਲ ਬਿਲਕੁਲ ਬੜੀ ਔਖੀ ਗੱਲ ਹੈ। ਇਸ ਤੋਂ ਇਦੋਂ ਵੱਡੇ ਕੋਈ ਸਾਡੇ ਮਸਲੇ ਹੀ ਹਨ ਨਹੀਂ ਜੀ ਬਿਲਕੁਲ ਸਾਡੀ ਸਾਡੀ ਸਭ ਤੋਂ ਵੱਡਾ ਹੋਈ ਜਾਂਦੀ ਹੈ। ਦੇਖੋ ਅੱਧੇ ਕਾਰਨ ਇਹ ਵੀ ਨੇ ਮਾਂ-ਬਾਪ ਸੋਚਦੇ ਆ ਵੀ ਯਾਰ ਇੱਥੇ ਪੰਜਾਬ 'ਚ ਕਿਉਂ ਰੱਖਣਾ ਕਿਤੇ ਕਿ ਨਸ਼ੇ ਬਾਹਰ ਪਈ 2 ਕਿੱਲੇ ਆ ਵੀ ਬਿਲਕੁਲ ਕਿੱਲੇ ਥੋੜੇ ਹੋ ਜਾਂਦੇ ਆ ਕਿਸੇ ਦੇ 5 ਹੈ ਕਿਸੇ ਦੇ 6 ਹੈ ਕਿਸੇ ਦੇ 4 ਹੈ ਸਹੀ ਹੈ ਜੀ ਹਾਂ ਨਿਕਲਦਾ ਕੋਈ ਹੈ ਨਹੀਂ ਰੌਲ ਟੱਪੇ ਜੱਟਾਂ ਦੇ ਉਵੇਂ ਇਸ ਕਰਕੇ ਅਗਲਾ ਕਹਿੰਦਾ ਯਾਰ ਬਾਹਰ ਪਈ ਬਿਲਕੁਲ ਆਹ ਗੱਲ ਮੈਂ ਜਿਹੜੀ ਤੁਹਾਡੇ ਤੋਂ ਸੁਣੀ ਹੈ ਵੀ ਸਟੀਰੋਇਡ ਜਿਹੜੀ ਹੈ ਹਾਂਜੀ ਇਹ ਡੋਪ ਟੈਸਟ ਹੁੰਦੇ ਆ ਬਾਹਰ ਸਾਡੀ ਖੇਡ 'ਚ ਤਾਂ ਚਲੋ ਇਹ ਹੈ ਨਹੀਂ ਹਾਂਜੀ ਪਰ ਆਹ ਜਿਹੜਾ ਤੁਸੀਂ ਦੱਸਿਆ ਗੱਲ ਬਹੁਤ ਖਤਰਨਾਕ ਹੈ ਜੀ ਇਹ ਬਹੁਤ ਜ਼ਿਆਦਾ ਖੇਡਾਂ ਨਹੀਂ ਪਾਸੇ ਲੱਗੀ ਉਹ ਤਾਂ ਖੁਰਾਕਾਂ ਵਾਲੀਆਂ ਖੇਡਾਂ ਹੀ ਇਹ ਹੁੰਦੀਆਂ ਅਸਲ ਨਸ਼ੇ ਦਾ ਮੋਢੀ ਇਹ ਪੈਂਦਾ ਜਿਹੜੇ ਖਿਡਾਰੀ ਨਸ਼ਾ ਕਰਦੇ ਆ ਜੀ ਮੌਜੂਦਾ ਹਾਲਤ ਦੇ ਵਿੱਚ ਉਹ ਇੱਥੋਂ ਹੀ ਸ਼ੁਰੂ ਹੁੰਦਾ ਸਾਲ 2 ਸਾਲ ਸਿੱਧੂ ਸਾਹਿਬ ਗੇਮ ਖੇਡਦਾ ਬੰਦਾ ਮੁੜ ਕੇ ਖਤਮ ਹੋ ਜਾਂਦਾ ਜਦੋਂ ਸਿਰੇ ਤੇ ਚੜ੍ਹਨ ਜਾਂਦਾ ਸ਼ੁਰੂਆਤ ਉਹਦੀ ਮਾੜੀ ਹੈ ਨਾ ਜੀ ਉਹਨੇ ਜਦੋਂ ਵੀ ਸ਼ੁਰੂ ਕਰਨਾ ਸੋਸਾਇਟੀ ਨੇ ਨਾਲ ਲੈ ਜਾਣੀ ਐਥਲੀਟ ਦੇਖੇ ਇਹਨੇ ਵਿਚਾਰੇ ਨਾ ਅਜੇ ਸਿਰ ਤੇ ਜਿਹੜੇ ਉਹ ਜੌਨਸਨ ਜੇ ਮੈਂ ਦੇਖੇ ਸੀਗੇ ਉਦੋਂ ਜੋ ਫਸਟ ਆਏ ਪਰ ਫਿਰ ਉਹਨੂੰ ਬੈਨ ਕਰਤਾ ਵੀ ਉਹ ਉਹਨਾਂ ਦੇ ਖੂਨ 'ਚ ਲੱਭੇ ਹੁਣ ਇਹਦੇ 'ਚ ਵੱਡੀ ਜਿਹੀ ਕੋਈ ਇਹੋ ਜਿਹੇ ਕੋਈ ਡੋਪ ਟੈਸਟ ਹੁੰਦੇ ਨੇ ਇਸ ਕਰਕੇ ਮੁੰਡੇ ਪਰਫਾਰਮੈਂਸ ਖਾਤਰ ਇਹ ਮੈਂ ਜਾਣਨਾ ਬੜਾ ਜ਼ਰੂਰੀ ਸੀ ਕਿਉਂਕਿ ਮੈਂ 5-7 ਘਰਾਂ 'ਚ ਪਹਿਲਾਂ ਵੀ ਗਿਆ ਦੱਸਣਾ ਤੇ 2-4 ਘਰਾਂ 'ਚ ਹੋਰ ਜਾਊਂਗਾ ਹਾਂਜੀ ਕਿਉਂਕਿ ਇਹਦੀ ਦੇਖੋ ਜੇ ਅਸੀਂ ਇਹਦਾ ਹੱਲ ਨਾ ਕੱਢਿਆ ਬਿਲਕੁਲ ਖਤਮ ਹੋ ਰਿਹਾ ਜੀ ਸਾਡੀ ਨਸਲ ਨੂੰ ਖਤਰਾ ਵੇਖੋ ਜੀ ਕਿਸੇ ਚੀਜ਼ ਦੀ ਬਾਕੀ ਚੀਜ਼ਾਂ ਨੂੰ ਇਕੱਲੇ ਇਸੇ ਚੀਜ਼ ਤੇ ਕਾਬੂ ਪਾ ਜਾਏ ਬਾਕੀ ਪੰਜਾਬ ਨੂੰ ਕੁਝ ਨਹੀਂ ਹੁੰਦਾ ਬਿਲਕੁਲ ਆਪਣਾ ਭਵਿੱਖ ਜੇ ਬੱਚੇ ਰਹਿ ਗਏ ਤਾਂ ਬਾਕੀ ਸਾਰਾ ਕੁਝ ਆਪਣੇ ਵਿੱਚ ਆਏ 200% ਸਹੀ ਹੈ। ਮੈਂ ਪਹਿਲਾਂ ਕਬੱਡੀ ਵਾਲਿਆਂ ਦੇ ਲਾਅ ਐਂਡ ਆਰਡਰ ਦੇ ਮੈਂ 2-3 ਕਤਲ ਹੋਏ ਹਾਂਜੀ ਉੱਥੇ ਵੀ ਗਿਆ ਇੱਕ ਖਿਡਾਰੀ ਦਾ ਮਾਣ ਹੁੰਦਾ ਹਾਂਜੀ 40 ਸਾਲ ਕ੍ਰਿਕਟ ਗਰਾਊਂਡ 'ਚ ਕੱਢੇ ਆ ਜਦੋਂ ਸਿਆਸਤ 'ਚ ਆਏ ਸਿਆਸਤ 'ਚ ਹੱਥ ਪਏ ਪੈਸੇ ਨਹੀਂ ਖਾਤੇ ਥੋੜਾ ਨਾ ਲੇਕਿਨ ਇਹ ਜਿਹੜੀ ਚੀਜ਼ ਹੈ ਇੱਕ ਸਪੋਰਟਸਮੈਨ ਬੰਦਾ ਕਿੱਥੇ ਨਾ ਡਰਦੀ ਹੈ ਮੇਰੀ ਮੇਰਾ ਤਾਂ ਇਲਾਜ ਹੀ ਇਹ ਹੈ ਵੀ ਜੇ ਬੰਦਾ ਖੇਡੂਗਾ ਹਾਂਜੀ ਰਹੂਗਾ ਆ ਵੀ ਚੰਗੇ ਪਾਸੇ ਜਾਊਗਾ ਹਾਂ ਤੇ ਉਹਦੀ ਜਿਹੜੀ ਤਾਕਤ ਹੈ ਉਹਨੂੰ ਦਿਸ਼ਾ ਸਹੀ ਮਿਲੇਗੀ ਸਭ ਤੋਂ ਆਪਾਂ ਦੂਜੇ ਬੰਨੇ ਮਾੜੇ ਬੰਨੇ ਧਿਆਨ ਜਿਹੜਾ ਚੰਗੇ ਪਾਸੇ ਖੇਡ ਹੀ ਆ ਇੱਕ ਕੋਈ ਵੀ ਨੌਜਵਾਨ ਹੈ ਕੋਈ ਨੌਜਵਾਨ ਜਦੋਂ ਵਿਹਲਾ ਹੈ ਹਾਂਜੀ ਤੇ ਉਹ ਕੁਝ ਇਹੋ ਜਿਹੇ ਵਜੇ ਕਰੂ ਜਦੋਂ 5 ਘੰਟੇ ਗਰਾਊਂਡ 'ਚ ਹੈ ਜਾਂ ਕਿਤੇ ਮਤਲਬ ਖੇਡਦਾ ਹੈ ਜਾਂ ਉਹ ਕਿਤੇ ਉਹਦੀ ਤਾਕਤ ਜਿਹੜੀ ਹੈ ਉਹ ਮਸਰੂਫ ਹੈ ਹਾਂਜੀ ਤੇ ਉਹਦਾ ਧਿਆਨ ਨਹੀਂ ਜਾਂਦਾ ਭਟਕਦਾ ਨਹੀਂ ਗਾ ਸਹੀ ਦਿਸ਼ਾ ਨਹੀਂ ਅਸੀਂ ਜਦੋਂ ਮਤਲਬ ਖੇਡ ਖੂਡ ਕੇ ਆਈਦਾ ਸੀ 7 ਵਜੇ ਹਾਂਜੀ ਮਾਂ ਨੇ ਰੋਟੀਆਂ ਮੂੰਹ 'ਚ ਕੁਰਕੀ ਪਾਉਣੀ ਬਹੁਤ ਖਾਂਦੇ ਸੌ ਜਾਣਾ ਬੰਦਾ ਥੱਕੀ ਨਾ ਜਾਂਦਾ ਇਹ ਮਤਲਬ ਮੇਰੇ ਜ਼ਿਹਨ 'ਚ ਇਹ ਸੀ ਇਹ ਤੇ ਹੁਣ ਤੁਸੀਂ ਚਾਨਣ ਪਾਇਆ ਨਾ ਬੜਾ ਦੁੱਖ ਹੋਇਆ ਜਦੋਂ ਮੇਲੇ ਹੁੰਦੇ ਨੇ ਜੀ ਸਿੱਧੂ ਸਾਹਿਬ ਦੂਰ ਪਲੇਅਰਾਂ ਨੇ ਕੱਪੜੇ ਲਾਉਣੇ ਆ ਜੀ ਪੰਬੀਆਂ ਦੇ ਉੱਤੇ ਲਾਗੇ ਨਹੀਂ ਲਾਉਣੇ ਪਲੇਅਰਾਂ ਨੇ ਉੱਥੋਂ ਆਪਦਾ ਜੈਨ ਹੋਣਾ ਜੀ ਉਹ ਟੀਕੇ ਲਾ ਕੇ ਫਿਰ ਉਹਨਾਂ ਗਰਾਊਂਡ ਦੇ ਵਿੱਚ ਆਉਣਾ ਅੱਧਾ ਪੌਣਾ ਘੰਟਾ ਬਾਅਦ ਦੇ ਵਿੱਚ ਆਉਣਾ ਸਰੀਰ ਨੂੰ ਮੁੜ ਕੇ ਪੈਂਦੀ ਹੈ ਜੀ ਟੋਟ ਜਦੋਂ ਗੇਮ ਖਤਮ ਹੋ ਜਾਂਦੀ ਆ ਉਹ ਸਾਡੇ ਜਿਹੜੇ ਆ ਫਿਰ ਇਸ ਕੰਮ ਦੇ ਵਿੱਚ ਡਰੱਗ ਦੇ ਵਿੱਚ ਸਾਰੇ ਦੇ ਵਿੱਚ ਲਿਪਟ ਜਾਂਦੇ ਨੰਬਰ 1 ਸਾਡਾ ਤਾਂ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਨਾ ਜੀ ਬਹੁਤ ਘਾਟੇਬੰਦੀ ਹੋ ਰਹੀ ਆ ਚੰਗਾ ਦਿਮਾਗ ਸਾਡਾ ਪੜ੍ਹਿਆ ਲਿਖਿਆ ਹੋਣ ਦੇ ਕਾਰਨ ਉਹ ਸਾਰਾ ਬਾਹਰ ਜਾ ਰਿਹਾ ਜੀ
ਜਿਹੜਾ ਚੰਗਾ ਦਿਮਾਗ ਆ, ਕੋਈ IAS ਕੋਈ PCS ਅਫਸਰ ਪੰਜਾਬ ਦਾ ਛੇਤੀ ਕੀਤੀਆਂ ਬਣ ਨਹੀਂ ਰਿਹਾ ਜੀ। ਬਹੁਤ ਹੀ ਕਿਸਮਤ ਜੀ ਦੀ ਚੰਗੀ ਆ। ਬਾਰਡਰ ਏਰੀਏ 'ਚ ਤੱਕ ਬਣ ਨਹੀਂ ਰਿਹਾ ਜੀ। ਬਾਰਡਰ ਏਰੀਏ ਦੀ ਵੇਖੋ ਜੀ, ਜਿਨ੍ਹਾਂ ਦੀ ਅਸਲ ਦੇ ਵਿੱਚ ਤੁਸੀਂ ਸੈਂਟਰ 'ਚ ਵੀ ਜਾ ਕੇ ਆਵਾਜ਼ ਉਠਾਉਂਦੇ ਜੀ, ਤੁਹਾਡੇ ਨਾਲ ਦੀ ਆਵਾਜ਼ ਦੂਜੇ ਲੀਡਰ ਕਿਉਂ ਨਹੀਂ ਜੀ ਉਠਾਉਂਦੇ? ਉਹਨਾਂ ਨੂੰ ਕੀ ਬਿਮਾਰੀ ਆ? ਕਿਉਂ ਨਹੀਂ ਬਾਰਡਰ ਦੀ ਗੱਲ ਕਰਦੇ ਜੀ? ਉਹਨਾਂ ਨੂੰ ਇਸ਼ਕ ਨਹੀਂ ਹੈ ਸੂਬੇ ਦਾ। ਹਾਂਜੀ, ਉਹਨਾਂ ਨੂੰ ਇਸ਼ਕ ਉਹ ਸਿਰਫ ਇੱਥੇ ਸਾਥੋਂ ਵੋਟਾਂ ਲੈ ਕੇ ਜਾਣਾ ਜੀ। ਉਹਨਾਂ ਨੂੰ ਉਹਨਾਂ ਦਾ ਮਤਲਬ ਚਾਹੀਦਾ ਮੈਨੂੰ ਸਾਡੀ ਸਿੱਧੂ ਸਾਹਿਬ ਸਾਡੀ ਬੇਨਤੀ ਹੈ ਜੀ, ਦੇਖੋ ਸਾਡੇ 3 ਪਾਸੇ ਦੇ ਬਾਰਡਰ, ਇੱਧਰ ਫਿਰੋਜ਼ਪੁਰ, ਕਸੂਰ, ਸਾਡੇ ਤੋਂ ਕਸੂਰ 4 ਕਿਲੋਮੀਟਰ 5 ਕਿਲੋਮੀਟਰ ਹੈ ਜਿੱਥੇ ਆਪਾਂ ਬੈਠੇ ਆ। ਉੱਥੇ ਮਿੱਲਾਂ ਲੱਗੀਆਂ ਨੇ, ਉੱਥੇ ਚਮੜਾ ਫੈਕਟਰੀਆਂ ਲੱਗੀਆਂ ਨੇ, ਉਹ ਸਾਰਾ ਖੁਸ਼ਹਾਲ ਆ ਜੀ। ਸਾਡਾ ਉਹ ਜ਼ਿਲ੍ਹਾ ਬਣਿਆ ਜੀ, ਸੈਸ਼ਨ ਕੋਰਟ ਆ, ਉੱਥੇ ਜੰਕਸ਼ਨ ਆ ਜੀ ਇਹਦਾ ਰੇਲਵੇ ਦਾ। ਜਿਹੜੇ ਸਾਡੇ ਉਧਰ ਜਾ ਰਹੇ ਜਿਹਨੇ ਜੀ ਯਾਤਰਾ ਵਾਲੇ, ਉਹ ਬੰਦੇ ਦੱਸਦੇ ਆ ਜੀ। ਹਾਂ, ਕਸੂਰੀ ਜੁੱਤੀਆਂ, ਹਾਂ ਜੀ। ਇੱਧਰ ਫਿਰੋਜ਼ਪੁਰ ਆ ਜੀ, ਫਿਰੋਜ਼ਪੁਰ ਸਾਡਾ ਸ਼ਹਿਰ ਬਾਰਡਰ ਦੇ ਉੱਤੇ, ਉਹ ਸਾਡਾ ਉਜਾੜ ਕੇ ਰੱਖ ਦਿੱਤਾ ਜੀ। ਦੇਖੋ ਤੁਸੀਂ ਉੱਥੇ ਫਿਰੋਜ਼ਪੁਰੋਂ ਹਾਂਜੀ, 2 ਲਾਈਨਾਂ ਜਾਂਦੀਆਂ ਉਹਦੀਆਂ ਜੰਕਸ਼ਨ ਦੀਆਂ ਜੀ। ਜੰਕਸ਼ਨ ਹਾਂਜੀ 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 ਆ ਕੇ ਹਾਂਜੀ ਮੈਂ 100 ਵਾਰ ਕਹਿ ਲਿਆ ਹਾਂਜੀ ਕਿ ਕਿੱਡਾ ਵੱਡਾ ਮੁੱਦਾ ਇਹ ਹਾਂਜੀ, ਕਿ ਜੇ ਅਸੀਂ ਆਪਣੀ ਕਣਕ ਹੀ ਰੱਖ ਦਈਏ ਨਾ, ਬਿਲਕੁਲ ਜੀ। ਤੇ ਅੱਜ ਜਿਹੜੀ 2000 ਨੂੰ ਵਿਕਦੀ ਹੈ 3500 ਨੂੰ ਵਿਕਦੀ ਹੈ। ਵਿਕਦੀ ਹੈ ਜੀ। ਹਾਂਜੀ ਹਾਂਜੀ, ਤੇ ਜੇ ਬਾਸਮਤੀ ਰੱਖਦੇ ਹੋ 3000 ਦੀ 7000 ਨੂੰ ਵਿਕਦੀ ਹੈ। ਬਿਲਕੁਲ ਜੀ। ਜਾਂ ਤੇ ਤੁਸੀਂ ਸਾਨੂੰ ਦੇ ਦਿਓ, ਜੇ ਨਹੀਂ ਦੇ ਸਕਦੇ ਤੇ ਸਾਨੂੰ ਉੱਥੇ ਰੱਖ ਲੈਣ ਦਿਓ। ਬਿਲਕੁਲ ਸਮਝੇ? ਇਹ ਬੜੇ ਮਸਲੇ ਨੇ, ਬਹੁਤ ਵੱਡੇ ਮਸਲੇ ਨੇ। ਦੇਖੋ ਮੈਂ ਤੇ ਜਿੰਨਾ ਮੇਰਾ ਆਵਾਜ਼ ਚੱਲਦਾ ਹੈ, ਬਹੁਤ ਲਾਉਂਦੇ ਜੀ, ਜਿੰਨਾ ਸੁਣਦੇ ਰਹਿੰਦੇ। ਜਿੰਨਾ ਕੁ ਮੇਰੀ ਕੋਸ਼ਿਸ਼, ਪਰ ਸੱਚ ਦੀ ਆਵਾਜ਼ ਨੂੰ ਨਾ ਜੀ ਕੁਚਲਣ ਵਾਸਤੇ ਬਹੁਤ ਲੋਕ ਬੈਠੇ। ਸੱਚ ਪ੍ਰਤਾੜਿਤ ਤੇ ਹੋ ਜਾਂਦਾ, ਹਾਂਜੀ, ਹਾਂ, ਪਰ ਪਰਾਜਿਤ ਨਹੀਂ ਹੁੰਦਾ, ਹਾਰਦਾ ਨਹੀਂ। ਨਹੀਂ ਹਰਦਾ, ਇਹ ਤਾਂ ਠੀਕ ਆ ਜੀ। ਇੱਕ ਸਮਾਂ ਆਣਾ ਇਹ ਆਪਾਂ ਇਹ ਤੋਂ ਨਿਜਾਤ ਪਾ ਲੈਣੀ ਹੈ। ਮੇਰੀ ਗੱਲ ਯਾਦ ਰੱਖਿਓ, ਸੱਚੇ ਬੰਦਿਆਂ ਦੀ ਕੋਸ਼ਿਸ਼ ਕਦੇ ਬੇਕਾਰ ਨਹੀਂ ਜਾਂਦੀ। ਮੈਂ ਇਹਦੇ ਤੇ ਮਾੜੀ ਮੋਟੀ ਰਿਸਰਚ ਵੀ ਕਰ ਰਿਹਾ ਤੇ ਇਹਦੇ ਤੇ ਬੋਲੂੰਗਾ ਮੈਂ 2-3 ਦਿਨਾਂ ਬਾਅਦ। ਤੁਹਾਨੂੰ ਮੈਂ ਗਰੰਟੀ ਦਿੰਦਾ, ਤੁਸੀਂ ਦੇਖਿਓ ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚੇ। ਇੱਕ ਸਿੱਧੂ ਸਾਹਿਬ ਹੋਰ ਵੇਖੋ, ਆਪਾਂ ਵੈਸੇ ਕਾਮਨ ਪੰਜਾਬ ਦੀ ਸਥਿਤੀ ਦੇਖੀ ਜਾਂ ਅਸੀਂ ਆਪਦੇ ਆਲੇ ਦੁਆਲੇ ਦੀ ਦੇਖੀ ਨਾ, ਜਿੰਨਾ ਕੁ ਬੰਦੇ ਦਾ ਸਰਕਲ ਹੁੰਦਾ, ਜਿਵੇਂ ਤੁਹਾਡਾ ਸਾਰੇ ਪੰਜਾਬ 'ਚ ਸਰਕਲ ਹੈ, ਪੰਜਾਬ ਤੋਂ ਬਾਹਰ ਵੀ ਹੈ। ਸਾਡਾ ਚਲੋ ਸਾਡਾ ਆਪਦੇ ਪਿੰਡ 'ਚ ਆ, ਪਿੰਡ ਦੇ ਆਲੇ ਦੁਆਲੇ ਰਿਸ਼ਤੇਦਾਰੀਆਂ, ਭੈਣ ਭਰਾਵਾਂ। ਸਾਡੀ ਪੰਜਾਬ ਦੀ ਹਾਲਤ ਇਹ ਆ, ਤੁਸੀਂ ਅੰਕੜੇ ਕੱਢੋ, ਚਲੋ ਆਪਦੇ ਦਾਇਰੇ 'ਚ ਸੋਚਣਾ ਹੁੰਦਾ ਬੰਦੇ ਨੇ। ਮੌਤ ਦੀ ਤੇ ਜਨਮ ਦੀ ਦਰ ਸਦਾ ਜੀ 80 ਤੇ 20 ਦਾ ਅੰਕੜਾ ਜੀ। ਮੌਤ ਦੀ ਦਰ 80, ਜੇ 100 ਆਪਣਾ 80 ਮੌਤਾਂ ਹੁੰਦੀਆਂ ਤੇ 20 ਜਨਮ ਹੋ ਰਿਹਾ ਸਾਡਾ। ਤੁਸੀਂ ਆਪਦੇ ਆਲੇ ਦੁਆਲੇ ਵੇਖਿਆ ਜੇ, ਤੁਹਾਨੂੰ ਭੋਗ ਕਿੰਨੇ ਅਟੈਂਡ ਕਰਨੇ ਪੈਂਦੇ ਆ, ਸੰਸਕਾਰ ਕਿੰਨੇ ਅਟੈਂਡ ਕਰਨੇ ਪੈਂਦੇ ਆ, ਤੇ ਤੁਹਾਨੂੰ ਬੱਚੇ ਦੇ ਜਨਮ ਦੇ ਸਨੇ ਕਿੰਨੇ ਮਿਲਦੇ ਆ। ਜੇ 10 ਤੁਹਾਨੂੰ ਮੌਤਾਂ ਮਿਲਣਗੀਆਂ ਤੇ 2 ਤੁਹਾਨੂੰ ਬੱਚੇ ਦੇ ਸਨੇ ਮਿਲਣਗੇ। ਸਾਡੀ ਜਿਹੜੀ ਆ ਜਨਮ ਦਰ ਘਟ ਗਈ ਆ, ਮੌਤ ਦਰ ਬੜੀ ਤੇਜ਼ੀ ਨਾਲ ਜਨਾਬ। ਬੇਸ਼ੱਕ ਕੋਈ ਨਸ਼ਾ ਨਾਲ ਮਰ ਗਿਆ, ਕੋਈ ਬਿਮਾਰੀ ਨਾਲ ਮਰ ਗਿਆ, ਕੋਈ ਐਕਸੀਡੈਂਟ ਨਾਲ ਮਰ ਗਿਆ, ਮੌਤਾਂ ਤਾਂ ਮੌਤਾਂ ਹੀ ਨਾ। ਸਾਡੀ ਬੜੀ ਜ਼ਿਆਦਾ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਅਰਕੀ 3 ਪੂਰੀ ਵਾਹ ਲਾਈ, 3 ਪਾਰਟੀਆਂ ਸੀ ਜਨਾਬ। 350 ਵੋਟ ਪਿਛਲੇ ਸਾਲ ਨੂੰ ਘੱਟ ਪਈ ਆ, ਪੋਲ ਹੋਈ ਆ, ਵੋਟ ਪਿੰਡ 'ਚ ਰਹੀ ਕੋਈ ਨਹੀਂ। ਕਾਰਨ ਕੀ ਆ? 500 ਬੰਦਾ ਮਰ ਗਿਆ 5 ਸਾਲਾਂ 'ਚ। ਨਵੀਂ ਵੋਟ ਥੱਲੇ ਬਣੀ ਨਹੀਂ। ਬੜਾ ਵੱਡਾ ਮਸਲਾ ਹੈ, ਪਰ ਭਾ ਇਹ ਵੀ ਗੱਲ ਪੱਕੀ ਹੈ, ਇਹ ਰਹਿਣ ਦੀ ਯਾਰ ਇੱਥੇ ਅਸੀਂ ਸੋਚ ਇਦੋਂ ਉੱਤੇ ਜਿਹੜੇ ਜਵਾਕ ਛੱਡ ਬਾਹਰ ਹੋਰ ਤੇ ਹੋਰ ਜਿਹੜੇ ਬਾਹਰ ਜਾਂਦੇ ਆ, ਉੱਥੇ ਸੈਟਲ ਹੋ ਜਾਂਦੇ ਆ, ਉਹ ਮਾਂ ਪਿਓ ਨੂੰ ਵੀ ਉੱਥੇ ਲਿਜਾਣ ਲੱਗ ਗਏ। ਲਿਜਾਣ ਲੱਗ ਗਏ, ਸਾਡੇ ਬੂਹੇ ਵੱਜਦੇ ਜਾਂਦੇ। ਦੇਖੋ ਨਾ, ਇਹ ਜਿਹੜੀ ਤੁਸੀਂ ਕਹਿੰਦੇ ਹੋ ਮੌਤ ਦੀ ਦਰ, ਇਹ ਮੌਤ ਦੀ ਦਰ ਨਾਲੋਂ ਵੀ ਮਾੜਾ ਹੈ। ਜਿਹੜੇ ਸੁਚੱਜੇ ਆ, ਬਿਲਕੁਲ, ਚਲੋ ਜਿਹੜਾ ਚਲਿਆ ਗਿਆ ਉਹਨੂੰ ਦੁੱਖ ਤਕਲੀਫ ਉਹਦੀ ਤੇ ਹੰਡੀ ਗਈ ਨਾ, ਲੇਕਿਨ ਜਿਹੜਾ ਬੰਦਾ ਮਾਂ ਪਿਓ ਨੂੰ ਇੱਥੇ ਛੱਡ ਕੇ ਜਵਾਨੀਓਂ ਚਲੀ ਗਈ, ਜਵਾਨੀਓਂ ਪਰਤ ਗਈ, ਭੁੱਖ ਕੀ ਹੈ ਪੰਜਾਬ ਦਾ? ਉਹੀ ਹੈ ਨਾ। ਬਿਲਕੁਲ। ਤੇ ਫਿਰ ਮੈਨੂੰ ਦੱਸੋ ਤੁਸੀਂ ਸੂਬੇ ਦਾ ਕੀ ਭੁੱਖ ਰਹੇਗਾ? ਇਹ ਕਰਕੇ ਇਹਦੇ ਤੇ ਚਿੰਤਨ, ਇਹਦੇ ਤੇ ਸਭ ਤੋਂ ਵੱਡੀ ਆਵਾਜ਼ ਇਹਦੇ ਤੇ ਉੱਠਣੀ ਚਾਹੀਦੀ ਹੈ। ਬਿਲਕੁਲ। ਤੇ ਤੁਹਾਨੂੰ ਮੈਂ ਤੁਹਾਡੀਆਂ ਦੁਆਵਾਂ ਦੇ ਨਾਲ, ਪਾਪੂਲੇਸ਼ਨ ਦੀ ਦੁਆ ਦੇ ਨਾਲ 2-3 ਦਿਨਾਂ 'ਚ ਮੈਂ ਇੱਥੇ ਬੋਲੂੰਗਾ। ਔਰ ਮੇਰਾ ਬੜਾ ਅਧਿਐਨ ਕੀਤਾ ਹੋਇਆ, ਮੈਂ ਇੱਕ ਖਾਸ ਤੌਰ 'ਤੇ ਜਾਣਨਾ ਚਾਹੁੰਦਾ ਸੀ। ਇਹ ਮੁੰਡਾ ਗਿਆ ਹੈ, ਚਲੋ ਉਹਦੀ ਤੋਂ ਪਾਈਕਰੀ ਕਰ ਸਕਦੀ, ਉਹਦੇ ਵਰਗੇ ਹੋਰ ਕਿੰਨੇ ਨੇ? ਹੈ ਬਿਲਕੁਲ, ਬਹੁਤ ਸਾਰੇ। ਦੇਖੋ
ਸਾਡੇ ਨਾਲ ਇੱਕ ਪ੍ਰਥਾ ਬਣ ਗਈ ਯਾਰ, ਫਲਾਣੇ ਘਰ ਦੇ ਵਿੱਚ ਹੁੰਦਾ ਸਾਨੂੰ ਨਹੀਂ ਮੈਨੂੰ ਕੀ ਲੱਗੇ ਬਸ। ਅੱਛਾ, ਇਹ ਨਹੀਂ ਪਤਾ ਵੀ ਉਹ ਕੱਲ ਨੂੰ ਉਹ ਜਿਹੜੀ ਅੱਗ ਹੈ ਉਹ ਆਪਦੇ ਘਰੇ ਆ ਜਾਣੀ। ਆ ਜਾਂਦੇ ਗਵਾਂਢੀਆਂ ਕੋਲ ਆਪਦੇ ਘਰ ਇਹਦੇ ਸਮਾਜ ਦੇ ਮਨਾਂ 'ਚ ਲੜਾਈ ਲੜਨੀ, ਮਨ 'ਚ ਲੜਾਈ ਲੜਨੀ ਹਰੇਕ ਦੇ ਮਨਾਂ ਦੇ ਵਿੱਚ। ਇਸ ਕਰਕੇ ਮੈਂ ਬੰਦੇ ਨੂੰ ਸਮਝਾਉਂਦਾ, ਲੇਕਿਨ ਬੜਾ ਦੁੱਖ ਹੈ, ਬਹੁਤ ਦੁੱਖ ਹੈ। ਇੱਕ ਜਵਾਨ ਮੁੰਡਾ ਪਿਓ ਦਾ ਚਲਾ ਜਾਏ, ਮੈਨੂੰ ਸੋਚ ਕੇ ਵਿੱਚੋਂ ਤਾਂ ਮੈਂ ਚਲੇ ਜਾਵੇ ਯਾਰ। ਠੀਕ ਇੱਕ ਜਜ਼ਬਾਤੀ ਬੰਦਾ ਜਿਹੜਾ ਹੁੰਦਾ ਹੈ, ਨਹੀਂ ਮੈਂ ਸੱਚੀ ਤੋਂ ਮੈਂ ਤੇ ਜੜਿਆ ਨਹੀਂ ਜਾਵੇ। ਮੈਂ ਹੈਰਾਨ ਆ, ਬਾਪੂ ਵਰਗੇ ਬੰਦੇ ਪੰਜਾਬ 'ਚ ਹੈਗੇ ਨੇ, ਇਹਨਾਂ ਦੇ ਕਰਕੇ ਖੜਾ ਵੀ ਆ। ਸਿੱਧੂ ਸਾਹਿਬ ਇੱਕ ਕਾਰਨ ਹੋਰ ਆ ਜੀ ਇੱਥੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਲਿਖਿਆ ਹਾਂਜੀ ਪਿਓ ਦੇ ਕਨੇੜਿਆਂ ਤੇ ਪੁੱਤਰ ਦਾ ਜਨਾਜ਼ਾ, ਇਹ ਤੋਂ ਵੱਡਾ ਕੋਈ ਨਹੀਂ ਕੋਈ ਬਹੁਤ ਵੱਡਾ ਭਾਰ ਹੈ ਜੀ। ਇੱਕ ਸਾਡੀ ਸਿੱਧੂ ਸਾਹਿਬ ਅਨਪੜ੍ਹਤਾ ਵੀ ਕਾਰਨ ਹੈ, ਸਾਨੂੰ ਬਾਰਡਰ ਏਰੀਏ ਦੇ ਵਿੱਚ ਐਜੂਕੇਸ਼ਨ ਖਤਮ ਹੋ ਗਈ ਜੀ ਸਾਡੀ। ਅਸੀਂ ਬਾਹਰ ਜਾ ਕੇ ਬੱਚੇ ਪੜ੍ਹਾ ਰਹੇ ਆ, ਆਮ ਬੰਦਾ ਪੜ੍ਹਾ ਨਹੀਂ ਜੀ ਰਿਹਾ। ਉਹ ਪੜ੍ਹ ਕੇ ਉਹ ਜਿਹੜਾ ਬਾਹਰ ਚਲਾ ਗਿਆ ਵਾਪਸ ਨਹੀਂ ਆਉਣਾ। ਦੂਜੀ ਸਾਡੀ ਘਾਟ ਇਹ ਆ ਨਸਲਕੁਸ਼ੀ ਦੀ, ਸਾਡਾ ਬੱਚਾ ਹੀ ਅੱਗੇ ਪੈਦਾ ਹੁੰਦਾ, ਕਈਆਂ ਦੀ ਉਹ ਵੀ ਨਹੀਂ ਜੀ। ਉਹਦੇ ਵਿੱਚ ਹੌਸਪੀਟਲਾਂ ਜਿਹੜੇ ਬੇ ਔਲਾਦ ਜੋੜੇ ਆ ਜੀ, ਉਹਨਾਂ ਦੇ ਵਿੱਚ ਮਤਲਬ ਕਿ ਸਿੱਖ ਉਹਨਾਂ ਦੇ ਵਿੱਚ ਪੈਦਾ ਨਹੀਂ ਹੋ ਰਿਹਾ, ਉਹ ਭਈਏ ਪੈਦਾ ਹੋ ਰਹੇ ਨੇ ਜੀ। ਤੁਸੀਂ ਕਿਤੇ ਦੇਖ ਲਿਆ ਜੀ, ਜਿਹੜੇ ਇਹ ਬੜੀ ਸੀਕ੍ਰੇਟ ਗੱਲ ਹੈ ਜੀ, ਤੇ ਔਰ ਚਿੰਤਾਜਨਕ ਗੱਲ ਹੈ ਜੀ, ਬੜੀ ਚਿੰਤਾਜਨਕ। ਸਾਡੀ ਨਸਲਕੁਸ਼ੀ ਹੋ ਰਹੀ ਹੈ, ਪਤਾ ਨਹੀਂ ਸਾਡੇ ਪੰਜਾਬ ਨਾਲ ਬਣਨਾ ਕੀ ਆ। ਸਾਡੀ ਜਿਹੜੀ ਬਾਰਡਰ ਬੈਲਟ ਆ ਨਾ ਜੀ, ਜੇ ਕਿਤੇ ਇਹਦੀ ਵੀ ਆਪ ਜੀ ਗੱਲ ਕਰੋ ਨਾ ਜੀ, ਜਿਨ੍ਹਾਂ ਦੀ ਹੱਦ ਬਾਰਡਰ ਦੇ ਨਾਲ ਲੱਗਦੀ, ਜਿਹੜੇ ਪਿੰਡਾਂ ਦੀ, ਉਹਨਾਂ ਨੂੰ ਐਜੂਕੇਸ਼ਨ ਪਹਿਲ ਦੇ ਆਧਾਰ 'ਤੇ, ਉਹਨਾਂ ਨੂੰ ਸਿਹਤ ਸਹੂਲਤਾਂ ਪਹਿਲ ਦੇ ਆਧਾਰ 'ਤੇ, ਉਹਨਾਂ ਨੂੰ ਜਿਹੜੀਆਂ ਨੇ ਰਿਜ਼ਰਵੇਸ਼ਨ ਨੌਕਰੀਆਂ ਦੇ ਵਿੱਚ ਦੇਣੀ ਚਾਹੀਦੀ ਆ। ਬਾਕੀ ਤਾਂ ਜਿਹਨੂੰ ਇੱਕ ਵਾਰ ਜਿਹੜਾ ਏਡੀਸੀ ਬਣ ਗਿਆ ਜੀ ਰਿਜ਼ਰਵੇਸ਼ਨ ਦੇ ਵਿੱਚ, ਉਹਦਾ ਪੁੱਤ ਵੀ ਏਡੀਸੀ, ਉਹਦਾ ਪੋਤਰਾ ਵੀ ਏਡੀਸੀ, ਸਾਰੇ ਬਣਦੇ ਜਾਂਦੇ ਆ ਜੀ। ਸਾਡੀ ਵਾਰੀ ਨਹੀਂ ਜੀ ਆ ਰਹੀ, ਅਸੀਂ ਤਾਂ ਖਤਮ ਹੋ ਰਹੇ ਹਾਂ ਜੀ। ਪਹਿਲੀ ਵਾਰ ਆਂਟੀ ਬਣੀ ਤੇ ਮੈਂ ਬਾਰਡਰ ਏਰੀਏ ਲਈ ਫੰਡ ਸ਼ੁਰੂ ਕਰਾਇਆ ਸੀ। ਉਦੋਂ 4000 ਮਿਲਦਾ ਹਾਂਜੀ ਹਾਂਜੀ ਹਾਂਜੀ, ਜਿਹਨਾਂ ਦੇ ਖੇਤਾਂ ਦੇ ਪਰਲੇ ਪਾਸੇ ਹੁੰਦੇ ਨੇ ਤਾਰਾਂ ਤੋਂ ਹਾਂਜੀ ਉਹ ਹੁਣ 10000 ਹੋ ਗਿਆ। ਹਾਂਜੀ, ਲੇਕਿਨ ਸੂਬੇ ਦੇ ਕੋਲ ਉਹਦੇ ਕਿਆ ਹੁੰਦਾ 60-40, ਕੋਈ 60 ਪਾਊ ਸੈਂਟਰ ਦੀ ਸਰਕਾਰ ਤੇ 40 ਪਾਊ, ਸਾਡੇ ਕੋਲ 40 ਉਹ ਹੈ ਨਹੀਂ। ਹਾਂਜੀ ਹੈ ਨਹੀਂ ਜੀ, ਹੈ ਨਹੀਂ, ਪੱਕੀ ਗੱਲ। ਮਤਲਬ ਇੰਨੇ ਮਸਲੇ ਨੇ ਕਿ ਕੋਈ ਇਮਾਨਦਾਰ ਬੰਦਾ ਉੱਪਰ ਹੋਵੇ ਤੇ 25 ਸਾਲ ਦੀ ਦੁਰਗਤੀ ਜਿਹੜੀ ਹੈ 5-7 ਸਾਲਾਂ ਦੇ ਵਿੱਚ ਸੰਵਰ ਸਕਦੀ, ਕਵਰ ਹੋ ਸਕਦੀ। ਉਮੀਦ ਹੈ। ਹਾਂਜੀ, ਇਸ ਉਮੀਦ ਦੇ ਉੱਤੇ ਖੜੇ ਆ, ਕਾਰੋਬਾਰ ਛੱਡ ਕੇ ਖੜੇ ਆ, ਖੜੇ, ਸਹੀ ਗੱਲ। ਤੁਹਾਡੇ ਵਰਗਿਆਂ ਦੇ ਨਾਲ, ਤੁਹਾਡੀਆਂ ਦੁਆਵਾਂ ਦੇ ਨਾਲ 4 ਵਟਾਂਦਰੇ ਵੀ ਕਰਕੇ ਖੜੇ। ਤੁਸੀਂ ਜਦੋਂ ਕਣਕਾਂ ਸੜੀ ਹੈ ਜੀ, ਤੁਸੀਂ ਆਪਦੀ ਜੇਬ ਦੇ ਵਿੱਚੋਂ 8-8 ਹਜ਼ਾਰ ਰੁਪਈਆ ਦਿੱਤਾ ਜੀ। ਫਿਰ ਤੁਸੀਂ ਉਦੋਂ ਅੰਮ੍ਰਿਤਸਰ ਵਾਸਤੇ 2 ਕਰੋੜ ਰੁਪਏ ਦੇ ਸੰਦ ਲਿਆ ਕੇ ਦਿੱਤੇ ਜੀ, ਜਿਹੜੇ ਹਰੇ ਰੰਗ ਦੇ ਵਿੱਚ, ਜਿਹੜੇ ਅੱਜ ਕੂੜਾ ਕਰਕਟ ਉੱਥੇ ਚੁੱਕਦੇ ਉਹ ਗੱਡੀਆਂ, ਅਜੇ ਤੱਕ ਉਹਨਾਂ ਨੂੰ ਉਹ ਰੰਗ ਹੋਇਆ ਪਿਆ। ਸਾਨੂੰ ਇਸ ਗੱਲ ਦਾ ਪਤਾ, ਉਹ ਤੋਂ ਮਗਰੋਂ ਵੇਖ ਲਓ ਕੁਝ ਵੀ ਨਹੀਂ। ਇਹ ਮੇਰੇ ਚੰਗੇ ਭਾਗ ਨੇ ਕਿ ਤੁਹਾਨੂੰ ਇਸ ਗੱਲ ਦਾ ਪਤਾ। ਮੈਂ ਪਤਾ ਜੀ ਸਾਨੂੰ। ਹਾਂਜੀ, ਮੈਂ ਕੋਈ ਜਤਾਉਣ ਲਈ ਨਹੀਂ ਕੀਤਾ, ਉਦੋਂ ਮੇਰੇ ਕੋਲ ਸੀਗੇ ਪੈਸੇ, ਮੈਂ ਲਾ ਦਿੱਤਾ। ਹੁਣ ਪੈਸੇ ਵੀ ਘੱਟ ਨੇ, ਲੇਕਿਨ ਇੱਕ ਤਾਂਗ ਹੈ ਕਿ ਜ਼ਮੀਰ ਕਾਮਯਾਬ ਆ ਜੀ। ਪੈਸੇ ਤਾਂ ਆਉਂਦੇ ਜਾਂਦੇ ਜਦੋਂ ਮਰਜ਼ੀ ਵੱਧ ਘੱਟ ਜਾਣਗੇ। ਫਿਰ ਹੁਣ ਜਿਹੜਾ ਤੁਸੀਂ ਇੱਕ ਚਲੋ ਅੱਜ ਅਫਸੋਸ ਤੇ ਆਇਆ ਜੀ, ਮੈਂ ਰਹਿ ਨਹੀਂ ਸਕਦਾ ਇਹ ਗੱਲ ਕਰਨ ਤੋਂ, ਜਿਹੜਾ ਤੁਸੀਂ ਕੋਰੀਡੋਰ ਖੋਲਤਾ ਨਾ, ਤੇ ਅਖੀਰ ਹੋ ਗਿਆ, ਜਨਤਾ ਜੁੜੀ ਪਈ ਤੁਹਾਡੇ ਨਾਲ। ਪਰ ਅੱਜ ਸਾਡੇ ਬੱਚਿਆਂ ਦਾ ਇਹ ਹਾਲ ਨਾ ਜੀ ਹੋਵੇ ਤੇ ਅਸੀਂ ਸਦਾ ਹੀ ਪਾਕਿਸਤਾਨ ਦੇ ਵਿੱਚ ਯਾਤਰਾ ਕਰਕੇ ਰੋਜ਼ਾਨਾ ਹੀ ਆ ਸਕਦੇ। ਬਹੁਤ ਵੱਡੀ ਗੱਲ। ਮੇਰੀ ਗੱਲ ਯਾਦ ਰੱਖਿਓ, ਮੇਰੇ ਵਰਗੇ ਬਹੁਤ ਪੰਜਾਬੀ ਨੇ, ਤੁਹਾਡੇ ਵਰਗੇ ਬਹੁਤ ਪੰਜਾਬੀ ਨੇ ਜਿਹੜੇ ਆਪਣੇ ਸੂਬੇ ਨਾਲ ਪਿਆਰ ਕਰਦੇ, ਜਿਨ੍ਹਾਂ ਨੂੰ ਇਹ ਤਾਂਗ ਹੈ ਵੀ ਕਿਸੇ ਤਰੀਕੇ ਆਪਣੀ ਨਸਲ ਕੁਛ ਨਾ, ਆਪਾਂ ਇਹਨੂੰ ਫੇਰਾ ਪਾਈਏ। ਮੈਨੂੰ ਲੱਗਦਾ ਹੈ ਮੁੱਖ ਮੰਤਰੀ ਵੀ ਇਸ ਗੱਲ ਨੂੰ ਸਿਆਣਪ ਨਾਲ ਡੀਲ ਕਰੂਗਾ, ਇਮਾਨਦਾਰ ਹੈ। ਅਸਲ 'ਚ ਜੋੜੀ ਤਾਂ ਤੁਹਾਡੀ ਹੈਗੀ ਜੇ ਪੂਰੀ। ਹੁਣ ਸਾਨੂੰ ਨਹੀਂ ਪਤਾ ਵੱਖੋ ਵੱਖਰੀਆਂ ਪਾਰਟੀਆਂ ਹੋਣ, ਜੋੜੀ ਇਸ ਵੇਲੇ ਇਮਾਨਦਾਰੀ ਦੀ ਪੂਰੀ ਹੈ। ਪੰਜਾਬ 'ਚ 2 ਬੰਦੇ ਗੱਲ ਕਰਨ ਵਾਲੇ। ਇੱਕ ਗੱਲ ਤੁਹਾਨੂੰ ਦੱਸਾਂ, ਹਾਂਜੀ, ਜ਼ਰੂਰੀ ਨਹੀਂ ਹੈ ਕਿ ਪਾਰਟੀਆਂ ਨੂੰ ਗਾਲਾਂ ਕੱਢੀ ਜਾਓ। ਨਹੀਂ ਜੀ, ਨਹੀਂ। ਹੈ ਹਾਂਜੀ ਹਾਂਜੀ ਹਾਂਜੀ, ਜ਼ਰੂਰੀ ਇਹ ਹੈ ਕਿ ਤੁਸੀਂ ਆਪਣੇ ਸੂਬੇ ਦੇ ਆਵਾਮ ਲੋਕਾਂ ਦੀ ਜ਼ਿੰਦਗੀ ਬਿਹਤਰੀ ਲਈ ਕਿੱਦਾਂ ਬਦਲਦੇ, ਗਰਾਊਂਡ ਲੈਵਲ ਤੇ ਕਿੱਦਾਂ ਚੱਲਦਾ, ਬਿਹਤਰ ਕਿਵੇਂ ਕਰਦੇ ਸਹੀ। ਇਹ ਔਰ ਜੇ ਕੋਈ ਮੇਰਾ ਸੁਝਾਅ ਉਹਨੂੰ ਚੰਗਾ ਲੱਗਦਾ ਔਰ ਉਹਨੂੰ ਐਗਜ਼ੀਕਿਊਟ ਕਰਦਾ, ਮੈਂ ਜੈ ਕਰ
ਬਿਲਕੁਲ ਸਹੀ ਗੱਲ ਹੈ। ਇਸੇ ਕਰਕੇ ਆਵਾਜ਼ ਬੁਲੰਦ ਕਰਦਾ ਕਿ ਸ਼ਾਇਦ ਕੋਈ ਸਾਡਾ ਸੁਝਾਅ ਸਹੀ ਗੱਲ ਹੈ। ਜੱਜਦਾ ਹੋਵੇ ਔਰ ਉਹ ਸੁਝਾਅ ਉਹ ਆਪਣਾ ਬਣਾ ਕੇ ਉਹਨੂੰ ਜ਼ਮੀਨ ਤੇ ਲਾ ਦੇ। ਠੀਕ ਹੈ। ਮੈਂ ਬਾਪੂ ਕੋਲ ਇਹਦਾ ਦੁੱਖ ਹੰਡਾਉਣ ਵੀ ਆਇਆ, ਹਾਂਜੀ ਸਹੀ ਗੱਲ ਹੈ। ਲੇਕਿਨ ਮੈਂ ਇਸ ਕਰਕੇ ਵੀ ਆਇਆ ਕਿ ਬਾਪੂ ਵਰਗਾ ਕੋਈ ਹੋਰ ਦੁੱਖ ਹੋਰ ਨਾ ਨਾ ਰਲ ਜਾ। ਹਾਂਜੀ ਸਹੀ। ਇਹਨੂੰ ਅਸੀਂ ਕਿਸੇ ਤਰੀਕੇ ਬੰਨ੍ਹ ਲਾਈਏ। ਬੰਨ ਲੱਗੀ ਕੋਈ ਤਰੀਕਾ ਅਪਣਾਇਆ ਜਾਵੇ, ਕੋਈ ਸੁਝਾਅ ਦਿੱਤੇ ਜਾਣ। ਦੇਖੋ ਜਿਹੜਾ ਲੱਗ ਗਿਆ ਉਹਨੂੰ ਇਹ ਚੋਂ ਕੱਢਣਾ ਬੜਾ ਔਖਾ ਹੈ। ਬੜਾ ਔਖਾ ਜੀ, ਬਹੁਤ। ਇਹ ਸਮਝੋ ਕਿ ਅਸਲੀ ਜਿਹੜਾ ਚੈਲੰਜ ਹੈ, ਅਸਲੀ ਚੁਣੌਤੀ ਹੈ, ਉਹ ਇਹ ਹੈ ਕਿ ਜਿਹੜਾ ਲੱਗ ਗਿਆ ਉਹਦੀ ਜਿਹੜੀ ਰੀਹੈਬਿਲਿਟੇਸ਼ਨ ਸ਼ਬਦ ਹੈ, ਰੀਹੈਬਿਲਿਟੇਸ਼ਨ, ਹਾਂਜੀ ਹਾਂਜੀ ਉਹ ਕਿੱਦਾਂ ਕਰ। ਉਹਨੂੰ ਸਾਈਕੈਟਰਿਸਟਾਂ ਨਾਲ ਤਾਂ ਘੰਟਾ ਗੱਲ ਵੀ ਕਰਨੀ ਪਊਗੀ, ਬਿਲਕੁਲ। ਫਿਰ ਉਹਨੂੰ ਸਹੀ ਟਰੱਕ ਦੇ ਉੱਤੇ ਪਾਉਣਾ ਵੀ ਪਊਗਾ। ਇਹ ਜਿਹੜੀਆਂ ਸ਼ਾਰਟਕੱਟ ਨੇ ਨਾ ਜੀ, ਅਸੀਂ ਤਾਂ ਐਂ ਕਰਤਾ, ਅਸੀਂ ਤਾਂ ਉਹ ਕਰਤਾ, ਸਰਕਾਰਾਂ ਕਰਦੀਆਂ ਨੇ, ਉਹ ਅੰਤ ਨਹੀਂ। ਨਹੀਂ ਜੀ, ਉਹ ਤਾਂ ਅਮਲੀ ਰੂਪ ਨਹੀਂ ਜੀ ਉਹਨਾਂ ਨੂੰ ਦਿੱਤਾ ਗੋਲੀ ਦੇ ਸਾਲੇ ਉੱਪਰੋਂ ਨੋਰਫਿਨ, ਉਹ ਤਾਂ ਫਿਰ ਸਵੇਰੇ ਉਤਰਾਂ ਦਾ ਜੀ, ਉਵੇਂ ਦਾ ਉਹ ਸਵੇਰੇ ਪੁੱਦਾਂ। ਇਹੀ ਮੈਂ ਕਹਿੰਦਾ। ਹਾਂਜੀ ਇਹ ਆਵਾਜ਼ ਚੁੱਕਣੀ ਪਊ ਬਾਜੀ। ਇਹ ਇੱਕ ਛੋਟਾ ਮਸਲਾ ਥੋੜਾ ਨਾ, ਆਨੇ ਚ ਬਹੁਤ ਵੱਡਾ, ਇਹ ਸਭ ਤੋਂ ਵੱਡਾ ਮਸਲਾ, ਬਹੁਤ ਵੱਡਾ। ਇਹ ਸਭ ਤੋਂ ਵੱਡਾ ਮਸਲਾ ਹੈ। ਦੇਖੋ ਬੰਦਾ ਰੋਜ਼ੀ ਰੋਟੀ ਦੇ ਵਿੱਚ ਵੀ ਥੋੜਾ ਬਹੁਤਾ ਗੁਰੇਜ ਹੋ ਜੇ ਨਾ, ਉਹ ਭੁੱਖਾ ਪਾਣਾ ਵੀ ਰਹਿ ਜਾਂਦਾ। ਇਹ ਛੱਡਦੇ ਹੀ ਕੁਝ ਨਹੀਂ, ਮਤਲਬ ਪਹਿਲਾਂ ਭੁੱਖੀਆਂ ਪਾਕੀਆਂ ਖਾਂਦੇ ਹੁੰਦੇ। ਮੈਨੂੰ ਯਾਦ ਹੈ ਸਾਡੇ ਪਿੰਡ ਕਈ ਬਜ਼ੁਰਗ ਹਸਪਤਾਲੋਂ ਜਾ ਕੇ ਇੰਨੀ ਕੁ ਫੀਮ ਲਿਆਉਂਦੇ, ਹਾਂ ਲਿਆਉਂਦੇ ਸੀ, ਉਹਦੇ ਜੋ ਡੱਬੀ ਜੀ ਬੰਦ ਕਰਕੇ ਲਿਆ। ਇਹਨੂੰ ਮਿਲਦੀ ਉਹ 90 ਸਾਲ ਦੇ ਹੋ ਕੇ ਜਿਉਂਦੇ। ਇਹ ਤਾਂ ਹੁਣ ਦੇਖੀਦਾ ਓਵਰਡੋਜ਼ ਜੀ ਖਾਧੀ ਨਾਲ ਦੀ ਨਾਲ ਟੜਕਦੇ ਨੇ, 2 ਸਾਲ ਨਹੀਂ ਲੱਗਦਾ। ਇਹ ਤੇ ਸਿੰਥੈਟਿਕ ਹੈ। ਬਿਲਕੁਲ। ਅਰੇ ਜੀ ਆ ਬਾਪੂ ਖਾਂਦਾ ਭੁੱਖੀ ਖਾਂਦਾ ਤੇ ਵਧੀਆ ਮੇਰਾ ਚੱਲਦਾ। ਮੈਂ ਬਹੁਤ ਜਾਣਦਾ ਇਹਨਾਂ ਇਹ ਗੱਲਾਂ ਨੂੰ ਜਾਣਦਾ। ਮੇਰਾ ਸਾਡੇ ਡਰਾਈਵਰ ਹੁੰਦਾ ਸੀ ਦਿੱਲੀ ਵਿੱਚ, ਉਹ ਖਾਂਦੇ ਹਾਂਜੀ ਮੈਨੂੰ ਦੱਸ ਕੇ ਹਾਂ 95 ਨੂੰ ਗਿਆ। ਮਤਲਬ ਇਹ ਤੇ ਐ ਹੈ ਵੀ ਕੱਲ ਨੂੰ ਖਾਣ ਲੱਗਿਆ ਤੇ ਸਾਲ 1.5 ਸਾਲ ਚ ਬੰਦਾ ਤੁਰਨ ਜੋਗਾ ਨਹੀਂ ਰਹਿੰਦਾ, ਖਤਮ ਹੋ ਜਾਂਦਾ। ਇਹਦਾ ਬਦਲਾਅ ਇਹ ਨਹੀਂ ਜੀ ਹੋ ਸਕਦਾ ਜਿਵੇਂ। ਦੇਖੋ ਮੈਂ ਇਹਦੇ ਤੇ ਬੋਲੂੰ, ਤੁਹਾਨੂੰ ਮੈਂ ਦੱਸਾਂ, ਮੈਂ ਬਥੇਰਾ ਕੁਛ ਗੱਲ ਕਰਦਾ ਤੁਹਾਡੇ ਨਾਲ ਵੀ ਗੱਲ ਸਲਾਹ ਕਰ, ਮੈਂ ਇਹਦੇ ਤੇ ਛੇਤੀ ਉਹ ਗੱਲ ਤੁਹਾਡੇ ਤੱਕ ਮੇਰੀ ਬਾਤ। ਠੀਕ ਹੈ। ਆਪੂ ਤਕੜਿਆਂ ਰਹਿ, ਸਾਡੇ ਨਾਲੋਂ ਤਾਂ 100 ਗੁਣੇ ਤਕੜਾ। ਕੋਈ ਦੁਆ ਹੈ ਕਿ ਪਰਮਾਤਮਾ ਤੈਨੂੰ ਤਾਕਤ ਦੇਵੇ। ਇਹ ਦੁੱਖ ਰੱਬ ਦੀ ਰਜ਼ਾ ਨੂੰ ਮੰਨਣਾ ਬਹੁਤ ਵੱਡੀ ਗੱਲ ਹੈ। ਛੋਟਾ ਮੋਟਾ ਕੋਈ ਛੋਟਾ ਨਹੀਂ। ਇਹ ਬੜੇ ਸਾਡੀ ਅਰਦਾਸ ਬੜੇ ਵੱਡੇ ਪਰਿਵਾਰ ਤੋਂ ਆ ਜੀ। ਇਹਨਾਂ ਦਾ ਬਾਪ ਸੀ ਜੀ ਜਥੇਦਾਰ ਚੰਨਣ ਸਿੰਘ ਢਾਡੀ, ਜਥੇਦਾਰ ਸੋਹਣ ਸਿੰਘ ਸੀਤਲ ਹੋਰਾਂ ਦੇ ਨਾਲ ਉਹਨਾਂ ਦਾ ਨਾਲ ਗਾਉਂਦੇ ਰਹੇ ਨੇ ਢਾਡੀ ਜੱਥਾ। ਇਸ ਉਮਰ ਹਾਂਜੀ ਤੇਰਾ ਵਾਰਤਾ ਬਿਲਕੁਲ ਬਿਲਕੁਲ। ਤੇਰਾ ਨਹੀਂ ਤੇ ਕਿੱਥੇ, ਮਤਲਬ ਇਹਦੀ ਉਮਰ ਦੇ ਵਿੱਚ ਕਿੰਨੀ ਉਮਰ ਹੁੰਦੀ ਆਪਣੀ? ਉਮਰ ਤਾਂ 50 ਬੋਲੇ ਬੁਝਾ ਹਾਂਜੀ ਵਧੀਆ ਪੂਰਾ ਕੰਮ ਕਰਦਾ ਜੀ। ਅੱਛਾ। ਇਹਨੂੰ ਤਾਂ ਬੱਚੇ ਨੇ ਹੁਣ ਬੁੱਢਿਆਂ ਕਰ ਦੇਣਾ ਜੀ। ਇਹਦੇ ਨਾਲ ਦੀ ਕਮਾਈ ਕੋਈ ਨਹੀਂ ਸੀ ਕਰਦਾ। ਜਿੰਨਾ ਬਿਜ਼ੀ ਰਹੂਗਾ ਹਾਂਜੀ ਚੰਗੇ ਲੱਗੂਗੀ। ਜਿਹੜੇ ਹਰੇ ਹੁੰਦੇ ਆ ਉਹ ਫਰਕ। ਹਾਂਜੀ ਲੇਕਿਨ ਉਹ ਵਕਤ ਤਾਂ ਹੀ ਕਰਦਾ ਨਾ ਜੇ ਕੋਈ ਕੰਮ ਕਰਦਾ ਕੰਮ ਕਰਦਾ। ਕੰਮ ਕਰਦਾ ਪਰਮਾਤਮਾ ਦਾ ਲਾਭ ਲੇਕਿਨ ਇਹ ਗੱਲਾਂ ਜਿਹੜੀਆਂ ਨਾਲ ਕਿਸੇ ਹੋਰ ਦਾ ਭਲਾ ਹੋ ਸਕੇ ਬੜੀ ਚੰਗੀ ਗੱਲ ਹੈ। ਸਭ ਤੋਂ ਵੱਡਾ ਕੰਮ ਇਹ ਹੁੰਦਾ ਹੀ ਹੈ। ਸਿੱਧੂ ਸਾਹਿਬ ਤੁਹਾਡੀ ਗੱਲ ਨੂੰ ਸਭ ਤੋਂ ਵੱਡਾ ਤੁਹਾਡੀ ਗੱਲ ਜਿਹੜੇ ਬਾਕੀ ਦਾ ਤੁਹਾਡੀ ਗੱਲ ਹਰ ਬੰਦੇ ਨੇ ਸੁਣੀ ਆ ਜੀ। ਤੁਹਾਡੀ ਗੱਲ ਸਰਕਾਰ ਨੇ ਵੀ ਸੁਣੀ। ਜਿਹੜੇ ਬੰਦੇ ਆ ਨਾ ਜੀ ਆਮ ਸਮਝਦਾਰ, ਉਹ ਤੁਹਾਡੀ ਸੋਚ ਨੂੰ ਬਹੁਤ ਚੰਗਿਆ ਸਮਝਦੇ ਜੀ, ਬਹੁਤ ਚੰਗਿਆ ਸਮਝਦੇ ਨੇ ਕਿ ਉਹ ਇੱਕ ਇਮਾਨਦਾਰ ਸ਼ਖਸੀਅਤ ਨੇ ਜਿਨ੍ਹਾਂ ਨੇ ਗੱਲ ਆਵਾਜ਼ ਬੁਲੰਦ ਕੀਤੀ ਆ, ਚਾਹੇ ਉਹ ਪ੍ਰਧਾਨ ਮੰਤਰੀ ਵੀ ਦੇਖੋ ਕਿਉਂ ਨਾ ਜੀ, ਦੇਖੋ ਅੱਜ ਦੀ ਤਰੀਕ ਸਿੱਧੂ ਸਾਹਿਬ ਪੰਜਾਬ ਨੂੰ ਵੇਚਣ ਵਾਲੇ ਤਾਂ ਬਹੁਤ ਨੇ, ਜਿਹੜੇ ਪੰਜਾਬ ਕਰਦੇ। ਪੰਜਾਬ ਵਾਸਤੇ ਸੋਚਣ ਵਾਲੇ ਬਹੁਤ ਥੋੜੇ। ਹੈਗੇ ਚੰਦ ਉਹਨੇ ਬਣਾਏ, ਚਿੱਤ ਦੇ ਖੀਰੀ ਹੋ ਜਾਂਦੀ। ਵੇਚਣ ਵਾਲੇ ਤਾਂ ਡਾਰਾਂ ਦੀਆਂ ਡਾਰਾਂ ਹੀ ਫਿਰਦੇ। ਤੂੰ ਇਹ 6 ਜੰਗਲ ਥੋੜੇ ਹੁੰਦੇ। ਹਾਂ ਗੱਲ ਮੈਂ ਤੁਹਾਨੂੰ ਦੱਸਾਂ, ਕੁਛ ਕਹੋ ਇਹ ਗੁਰੂਆਂ ਦੀ ਚਰਨ ਛੋਹ ਕਰ, ਬਿਲਕੁਲ ਬਿਲਕੁਲ। ਜਿਹਦਾ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ। ਸਹੀ ਗੱਲ ਹੈ। ਮੇਰੀ ਗੱਲ ਨੂੰ ਸੁਣ, ਮੇਰੇ ਕੋਲ ਇੱਕ ਵਿਦੇਸ਼ ਤੋਂ ਬੰਦਾ ਆਇਆ ਸੀ, ਕਹਿੰਦਾ ਭਾਜੀ ਅਸੀਂ 1.5 ਲੱਖ ਬੰਦੇ ਲੈ ਗਏ ਆ ਤੇ ਬਾਕੀ ਵੀ ਲੈ ਜਾਣੇ। ਮੈਂ ਕਿਹਾ ਮਿੱਤਰ ਪਿਆਰੇ ਕੁਛ ਕਰ ਲੈ, ਦਰਬਾਰ ਸਾਹਿਬ ਨਹੀਂ ਇੱਥੋਂ ਲੈ ਜਾ ਸਕਦਾ।
ਸਹੀ ਗੱਲ ਦਮਦਮਾ ਸਾਹਿਬ ਨਹੀਂ ਤੋਂ ਇੱਥੋਂ ਨਹੀਂ ਜਾਂਦਾ ਮੈਂ ਕਿਹਾ ਇਹ ਪੰਜਾਬ ਦੀ ਚਰਨ ਛੋਹ ਧਰਤੀ ਹੈ ਤਲਵੰਡੀ ਸਾਬੋ ਤਾਂ ਨਹੀਂ ਲੈ ਜੀ ਹਾਂ ਨਹੀਂ ਠੀਕ ਹੈ ਗੁਰਦੁਆਰਾ ਬੇਦ ਸਾਹਿਬ ਤਾਂ ਨਹੀਂ ਲੈ ਜੀ ਹਾਂ ਸਹੀ ਜਦੋਂ ਮੈਂ ਕਿਹਾ ਤੁਹਾਡੇ ਪੁੱਤਾਂ ਨੂੰ ਤੁਹਾਡੇ ਬੱਚਿਆਂ ਨੂੰ ਸੇਧ ਲੈਣ ਦੀ ਵਾਰੀ ਆਉਣਾ ਤੁਸੀਂ ਫੇਰ ਇੱਥੇ ਇੱਧਰ ਹੀ ਹਾਂ ਬਿਲਕੁਲ ਤੇ ਮੈਂ ਕਿਹਾ ਪੇੜ ਕੋਈ ਹੋਵੇ ਜਦ ਤੱਕ ਜੜ ਨੂੰ ਪਾਣੀ ਨਹੀਂ ਨਾ ਪੈਂਦਾ ਹਾਂ ਤੇ ਪੱਤੇ ਹਰੇ ਨਹੀਂ ਰਹਿੰਦੇ ਹਾਂ ਨਹੀਂ ਨਹੀਂ ਤੇ ਯਾਦ ਰੱਖੀ ਮੈਂ ਕਿਹਾ ਮਿੱਤਰਾ ਜੜ ਇਹੀ ਹੈ ਹਾਂ ਸਹੀ ਤੇ ਅਸੀਂ ਤੇ ਜੜ ਨੂੰ ਹੀ ਪਾਣੀ ਦੇਣਾ ਜੜ ਨਾਲ ਹੀ ਜੁੜੇ ਆ ਠੀਕ ਹੈ ਜੀ ਤੇ ਜੜ ਤੋਂ ਕਦੇ ਟੁੱਟੇ ਨਹੀਂ ਠੀਕ ਹੈ। ਤੇ ਨਾ ਹੀ ਦੂਰ ਹੋਏ ਇਸ ਕਰਕੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬੂ ਦਾ ਮਿਹਰ ਦੇ ਨਾਲ